ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਜਸਵੀਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਭਵਾਨੀਗੜ੍ਹ ਵਿਖੇ ਬਤੌਰ ਐਸਐਸ ਮਿਸਟਰ ਸੇਵਾ ਨਿਭਾ ਰਹੀ ਹਾਂ। ਅੱਜ ਆਪਾਂ ਤੁਹਾਡੇ ਨਾਲ ਜਮਾਤ 9ਵੀਂ ਨਾਗਰਿਕ ਸ਼ਾਸਤਰ ਦਾ ਪਾਠ 12ਵਾਂ ਭਾਰਤ ਦਾ ਸੰਸਦੀ ਲੋਕਤੰਤਰ ਤੁਹਾਡੇ ਨਾਲ ਡਿਸਕਸ ਕਰਾਂਗੇ, ਜਿਸ ਵਿੱਚ ਆਪਾਂ ਸਰਕਾਰ ਦੇ 3 ਅੰਗ ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਬਾਰੇ ਪੜਾਂਗੇ। ਸੰਸਦ ਪ੍ਰਣਾਲੀ ਦੀ ਪਰਿਭਾਸ਼ਾ ਕੀ ਹੈ, ਸੰਸਦ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਹਨ, ਭਾਰਤ ਵਿੱਚ ਰਾਜ ਸਭਾ ਦੀ ਬਣਤਰ ਤੇ ਉਸ ਦੀ ਚੋਣ ਕਿਵੇਂ ਹੁੰਦੀ ਹੈ, ਲੋਕਤੰਤਰ ਸਰਕਾਰ ਦੀ ਬਣਤਰ ਤੇ ਉਹਨਾਂ ਦੇ ਮੈਂਬਰਾਂ ਦੀ ਚੋਣ ਆਪਾਂ ਕਿਵੇਂ ਕਰਦੇ ਹਾਂ, ਇਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਆਪਾਂ ਇਹਨਾਂ ਚੀਜ਼ਾਂ ਨੂੰ ਵਾਰੀ-ਵਾਰੀ ਇੱਕ-ਇੱਕ ਕਰਕੇ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਸਰਕਾਰ ਦੇ 3 ਅੰਗ ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਬਾਰੇ ਤੁਹਾਡੇ ਨਾਲ ਪੜਾਂਗੇ। ਪਿਆਰੇ ਵਿਦਿਆਰਥੀਓ, ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਦੇ ਸੰਬੰਧਾਂ ਦੇ ਆਧਾਰ ਤੇ ਲੋਕਤੰਤਰੀ ਸਰਕਾਰ ਦੇ 2 ਰੂਪ ਹਨ। ਕਿਹੜੇ-ਕਿਹੜੇ? ਸੰਸਦੀ ਅਤੇ ਪ੍ਰਧਾਨਗੀ। ਸੰਸਦੀ ਪ੍ਰਣਾਲੀ ਵਿੱਚ ਅਸੀਂ ਕਾਰਜਪਾਲਿਕਾ ਭਾਵ ਮੰਤਰੀ ਮੰਡਲ ਆਪਣੀਆਂ ਨੀਤੀਆਂ ਤੇ ਕੰਮਾਂ ਪ੍ਰਤੀ ਵਿਧਾਨ ਪਾਲਿਕਾ ਅੱਗੇ ਜਵਾਬਦੇਹ ਹੁੰਦੀ ਹੈ। ਤੁਹਾਨੂੰ ਪਤਾ ਹੀ ਹੈ ਵਿਦਿਆਰਥੀਓ, ਵਿਧਾਨ ਪਾਲਿਕਾ ਕਾਨੂੰਨ ਬਣਾਉਂਦੀ ਹੈ ਤੇ ਕਾਰਜਪਾਲਿਕਾ ਕਾਨੂੰਨ ਲਾਗੂ ਕਰਦੀ ਹੈ। ਸੰਵਿਧਾਨ ਵਿਧੀ ਦੁਆਰਾ ਵਿਧਾਨ ਪਾਲਿਕਾ ਕਾਰਜਪਾਲਿਕਾ ਨੂੰ ਹਟਾ ਸਕਦੀ ਹੈ। ਪ੍ਰਧਾਨਗੀ ਸ਼ਾਸਨ ਪ੍ਰਣਾਲੀ ਵਿੱਚ ਕਾਰਜਪਾਲਿਕਾ ਨੂੰ ਵਿਧਾਨ ਪਾਲਿਕਾ ਦੁਆਰਾ ਹਟਾਇਆ ਨਹੀਂ ਜਾ ਸਕਦਾ। ਤੇ ਸੰਸਦੀ ਪ੍ਰਣਾਲੀ ਪਾਰੰਪਰਿਕ ਤੌਰ ਤੇ ਇੰਗਲੈਂਡ ਨਾਲ ਜੁੜੀ ਹੋਈ ਹੈ। ਜਿਹੜੀ ਪ੍ਰਧਾਨਗੀ ਪ੍ਰਣਾਲੀ ਹੈ ਪਿਆਰੇ ਵਿਦਿਆਰਥੀਓ, ਉਹ ਸੰਯੁਕਤ ਰਾਜ ਅਮਰੀਕਾ ਤੋਂ ਵਿਕਸਿਤ ਹੋਈ ਹੈ। ਤੇ ਇਹਨਾਂ ਦੋਨਾਂ ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਦਾ ਸੰਬੰਧ ਨੇੜੇ ਦਾ ਹੁੰਦਾ ਹੈ ਤੇ ਮੰਤਰੀ ਮੰਡਲ ਜਿਹੜਾ ਹੁੰਦਾ ਹੈ ਉਹ ਕਾਨੂੰਨੀ ਤੌਰ ਤੇ ਜਾਂ ਸਿੱਧੇ ਤੌਰ ਤੇ ਆਪਣੇ ਕੰਮਾਂ ਪ੍ਰਤੀ ਵਿਧਾਨ ਪਾਲਿਕਾ ਅੱਗੇ ਜਵਾਬਦੇਹ ਹੁੰਦਾ ਹੈ। ਉਮੀਦ ਹੈ ਤੁਹਾਨੂੰ ਇਹ ਚੀਜ਼ਾਂ ਸਮਝ ਆ ਚੁੱਕੀਆਂ ਹੋਣਗੀਆਂ। ਹੁਣ ਆਪਾਂ ਸੰਸਦ ਪ੍ਰਣਾਲੀ ਦੀ ਪਰਿਭਾਸ਼ਾ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ। ਗਾਰਨਰ ਨੇ ਕੀ ਕਿਹਾ ਹੈ? ਸੰਸਦ ਦੀ ਸਰਕਾਰ ਉਹ ਸ਼ਾਸਨ ਪ੍ਰਣਾਲੀ ਹੈ ਜਿਸ ਵਿੱਚ ਅਸਲੀ ਕਾਰਜਪਾਲਿਕਾ ਮੰਤਰੀ ਵਿਧਾਨ ਪਾਲਿਕਾ ਜਾਂ ਉਸ ਦੇ ਇੱਕ ਲੋਕਪ੍ਰਿਯ ਸਦਨ ਦੇ ਅੱਗੇ ਅੰਤ ਵਿੱਚ ਚੋਣਾਕਾਰ ਅੱਗੇ ਆਪਣੀਆਂ ਰਾਜਨੀਤਿਕ ਨੀਤੀਆਂ ਅਤੇ ਕੰਮਾਂ ਲਈ ਉੱਤਰਦਾਈ ਹੁੰਦੀ ਹੈ, ਜਦੋਂ ਕਿ ਰਾਜ ਦਾ ਮੁਖੀ ਜੋ ਨਾਮ ਮਾਤਰ ਕਾਰਜਪਾਲਿਕਾ ਹੈ ਅਣ ਉੱਤਰਦਾਈ ਹੁੰਦਾ ਹੈ। ਆਪਾਂ ਇੱਕ ਵਾਰ ਇਹਨੂੰ ਫੇਰ ਦੁਬਾਰਾ ਪੜ੍ਹ ਲੈਂਦੇ ਹਾਂ। ਸੰਸਦੀ ਸਰਕਾਰ ਗਵਰਨਰ ਦੁਆਰਾ ਉਹਨੇ ਕੀ ਕਿਹਾ ਹੈ? ਉਹ ਸ਼ਾਸਨ ਪ੍ਰਣਾਲੀ ਹੈ ਜਿਸ ਵਿੱਚ ਅਸਲੀ ਕਾਰਜਪਾਲਿਕਾ ਵਿਧਾਨ ਪਾਲਿਕਾ ਜਾਂ ਉਸ ਦੇ ਇੱਕ ਲੋਕਪ੍ਰਿਯ ਸਦਨ ਦੇ ਅੱਗੇ ਅੰਤ ਵਿੱਚ ਚੋਣਾਕਾਰਾਂ ਅੱਗੇ ਆਪਣੀਆਂ ਰਾਜਨੀਤਿਕ ਨੀਤੀਆਂ ਅਤੇ ਕੰਮਾਂ ਲਈ ਉੱਤਰਦਾਈ ਹੁੰਦੀ ਹੈ, ਜਦੋਂ ਕਿ ਰਾਜ ਦਾ ਮੁਖੀ ਜੋ ਨਾਮਾਤਰ ਕਾਰਜਪਾਲਿਕਾ ਹੈ ਅਣ ਉੱਤਰਦਾਈ ਹੁੰਦਾ ਹੈ। ਇਹਨੂੰ ਅਗਰ ਆਪਾਂ ਕਹੀਏ ਤੇ ਰਾਸ਼ਟਰਪਤੀ ਨਾਮਾਤਰ ਦਾ ਮੁਖੀਆ ਹੁੰਦਾ ਹੈ ਤੇ ਸਾਰੀਆਂ ਜਿਹੜੀਆਂ ਸ਼ਕਤੀਆਂ ਹੁੰਦੀਆਂ ਹਨ ਉਹ ਪ੍ਰਧਾਨ ਮੰਤਰੀ ਕੋਲ ਹੁੰਦੀਆਂ ਹਨ। ਸੰਸਦ ਪ੍ਰਣਾਲੀ ਵਿੱਚ ਕੈਬਨਿਟ ਦੇ ਮੈਂਬਰ ਵਿਭਾਗਾਂ ਦੇ ਮੁਖੀ ਹੁੰਦੇ ਹਨ। ਕੈਬਨਿਟ ਜਾਂ ਮੰਤਰੀ ਮੰਡਲ ਦੇ ਮੈਂਬਰ ਵਿਧਾਨ ਪਾਲਿਕਾ ਵਿੱਚੋਂ ਹੀ ਲਏ ਜਾਂਦੇ ਹਨ। ਮੰਤਰੀ ਮੰਡਲ ਵਿਧਾਨ ਪਾਲਿਕਾ ਵਿੱਚ ਬਹੁਮਤ ਪਾਰਟੀ ਦੀ ਇੱਕ ਟੀਮ ਹੁੰਦੀ ਹੈ। ਪਿਆਰੇ ਵਿਦਿਆਰਥੀਓ, ਮੰਤਰੀ ਉਦੋਂ ਤੱਕ ਆਪਣੇ ਅਹੁਦੇ ਤੇ ਰਹਿ ਸਕਦੇ ਹਨ ਜਦੋਂ ਤੱਕ ਉਹਨਾਂ ਨੂੰ ਵਿਧਾਨ ਪਾਲਿਕਾ ਦੇ ਮੈਂਬਰਾਂ ਦਾ ਬਹੁਮਤ ਹਾਸਲ ਹੁੰਦਾ ਹੈ। ਬਹੁਮਤ ਮਤਲਬ ਕੀ ਹੋ ਗਿਆ ਬੇਟੇ? ਸਭ ਤੋਂ ਜ਼ਿਆਦਾ ਮਤ ਜਿਸ ਵਿਅਕਤੀ ਦੇ ਨਾਲ ਜੁੜੇ ਹੁੰਦੇ ਹਨ ਜਾਂ ਬਹੁਤ ਸਾਰੇ ਲੋਕ ਜਿਸ ਵਿਅਕਤੀ ਨੂੰ ਵੋਟ ਪਾਉਂਦੇ ਹਨ ਉਸਨੂੰ ਆਪਾਂ ਕੀ ਕਹਿ ਦਿੰਦੇ ਹਨ? ਬਹੁਮਤ। ਜੇਕਰ ਵਿਧਾਨ ਪਾਲਿਕਾ ਮੰਤਰੀ ਮੰਡਲ ਵਿਰੁੱਧ ਅਵਿਸ਼ਵਾਸ ਦਾ ਮਤਾ ਪਾਸ ਕਰ ਦੇਵੇ ਤਾਂ ਮੰਤਰੀ ਮੰਡਲ ਨੂੰ ਅਸਤੀਫਾ ਦੇਣਾ ਪੈਂਦਾ ਹੈ।
ਅਜਿਹੀ ਸਥਿਤੀ ਵਿੱਚ ਰਾਸ਼ਟਰਪਤੀ ਵਿਧਾਨ ਪਾਲਿਕਾ ਵਿੱਚੋਂ ਕਿਸੇ ਹੋਰ ਪਾਰਟੀ ਦੇ ਨੇਤਾ ਨੂੰ ਬਹੁਮਤ ਹਾਸਲ ਕਰਨ ਦਾ ਸਮਾਂ ਦੇ ਸਕਦਾ ਹੈ। ਜੇਕਰ ਉਹ ਨੇਤਾ ਵਿਧਾਨ ਪਾਲਿਕਾ ਵਿੱਚ ਬਹੁਮਤ ਦਿਖਾਉਣ ਵਿੱਚ ਸਫਲ ਹੋ ਜਾਂਦਾ ਹੈ ਤਾਂ ਨਵੇਂ ਮੰਤਰੀ ਮੰਡਲ ਦਾ ਗਠਨ ਹੁੰਦਾ ਹੈ। ਤੇ ਪਿਆਰੇ ਵਿਦਿਆਰਥੀਓ, ਸੰਸਦੀ ਪ੍ਰਣਾਲੀ ਵਿੱਚ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਕੈਬਨਿਟ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਾ ਹੈ ਤੇ ਮੰਤਰੀਆਂ ਦੀ ਵਿਧਾਨ ਪਾਲਿਕਾ ਵਿੱਚ ਮਦਦ ਕਰਦਾ ਹੈ। ਹਾਕਮ ਪਾਰਟੀ ਦਾ ਨੇਤਾ, ਹਾਕਮ ਕਿਹੜੀ ਹੋਗੀ? ਜਿਹੜੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਹਨ। ਹਾਕਮ ਪਾਰਟੀ ਦਾ ਨੇਤਾ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਦਾ ਪਾਰਟੀ ਉੱਤੇ ਪੂਰਨ ਨਿਯੰਤਰਣ ਹੁੰਦਾ ਹੈ। ਕਈ ਵਾਰੀ ਸੰਸਦੀ ਪ੍ਰਣਾਲੀ ਇੱਕ ਵਿਅਕਤੀ ਦੁਆਰਾ ਚਲਾਇਆ ਜਾ ਰਿਹਾ ਸ਼ਾਸਨ ਪ੍ਰਤੀਤ ਹੁੰਦੀ ਹੈ ਜੋ ਕਿ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਹੈ। ਮਤਲਬ ਕਿ ਪ੍ਰਧਾਨ ਮੰਤਰੀ ਕੋਲ ਬਹੁਤ ਸਾਰੀਆਂ ਸ਼ਕਤੀਆਂ ਹੁੰਦੀਆਂ ਹਨ। ਉਮੀਦ ਹੈ ਤੁਹਾਨੂੰ ਇਹ ਚੀਜ਼ ਸਮਝ ਆ ਚੁੱਕੀ ਹੋਵੇਗੀ। ਹੁਣ ਆਪਾਂ ਪੜਾਂਗੇ ਸੰਸਦ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਕੀ ਹਨ। ਹੁਣ ਸਾਨੂੰ ਪਤਾ ਲੱਗਦਾ ਹੈ ਸਭ ਤੋਂ ਪਹਿਲੀ ਜਿਹੜੀ ਵਿਸ਼ੇਸ਼ਤਾ ਹੈ ਉਹ ਹੈ ਦੇਸ਼ ਦਾ ਮੁਖੀ ਨਾ ਮਾਤਰ ਕਾਰਜਪਾਲਿਕਾ। ਸੰਸਦ ਪ੍ਰਣਾਲੀ ਵਿੱਚ ਦੇਸ਼ ਦਾ ਇੱਕ ਮੁਖੀ ਹੁੰਦਾ ਹੈ। ਉਹ ਰਾਸ਼ਟਰਪਤੀ ਹੋ ਸਕਦਾ ਹੈ, ਗਵਰਨਰ ਜਨਰਲ ਹੋ ਸਕਦਾ ਹੈ, ਰਾਜਾ ਜਾਂ ਰਾਣੀ ਹੋ ਸਕਦਾ ਹੈ। ਭਾਰਤ, ਫਰਾਂਸ, ਆਸਟ੍ਰੇਲੀਆ ਵਿੱਚ ਰਾਸ਼ਟਰਪਤੀ ਦੇਸ਼ ਦਾ ਮੁਖੀਆ ਹੈ। ਤੇ ਸੰਸਦ ਪ੍ਰਣਾਲੀ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਸੰਵਿਧਾਨਿਕ ਤੌਰ ਤੇ ਦੇਸ਼ ਦੇ ਮੁਖੀ ਨੂੰ ਬਹੁਤ ਸਾਰੀਆਂ ਸ਼ਕਤੀਆਂ ਮਿਲੀਆਂ ਹੁੰਦੀਆਂ ਹਨ ਪਰ ਵਿਵਹਾਰਿਕ ਤੌਰ ਤੇ ਉਹ ਇਹਨਾਂ ਸ਼ਕਤੀਆਂ ਦੀ ਵਰਤੋਂ ਨਹੀਂ ਕਰ ਸਕਦਾ। ਤੇ ਵਿਵਹਾਰਿਕ ਤੌਰ ਤੇ ਮੰਤਰੀ ਮੰਡਲ ਦੇਸ਼ ਦੇ ਮੁਖੀ ਦੀਆਂ ਸ਼ਕਤੀਆਂ ਦੀ ਵਰਤੋਂ ਕਰਦਾ ਹੈ। ਸਮਝ ਲਓ ਸੰਸਦ ਪ੍ਰਣਾਲੀ ਵਾਲੇ ਦੇਸ਼ਾਂ ਦੇ ਮੁਖੀ ਭਾਰਤ ਦੇ ਰਾਸ਼ਟਰਪਤੀ ਦੇ ਸਮਾਨ ਹੀ ਹੁੰਦੇ ਹਨ। ਤੇ ਦੂਜੀ ਸਾਡੀ ਜਿਹੜੀ ਵਿਸ਼ੇਸ਼ਤਾ ਹੈ ਉਹ ਹੈ ਸਪਸ਼ਟ ਬਹੁਮਤ। ਤੇ ਸੰਸਦ ਪ੍ਰਣਾਲੀ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਪਸ਼ਟ ਬਹੁਮਤ ਪਾਰਟੀ ਵਾਲਾ, ਜਿਹੜੀ ਪਾਰਟੀ ਨੂੰ ਸਪਸ਼ਟ ਬਹੁਮਤ ਪ੍ਰਾਪਤ ਹੁੰਦਾ ਹੈ ਉਸ ਦੁਆਰਾ ਹੀ ਦੇਸ਼ ਦਾ ਸ਼ਾਸਨ ਚਲਾਇਆ ਜਾਂਦਾ ਹੈ, ਜਾਂ ਆਪਾਂ ਕਹਿ ਲਓ ਉਸ ਪਾਰਟੀ ਦੇ ਜਿਹੜਾ ਪ੍ਰਧਾਨਗੀ ਕਰਦਾ ਹੈ ਸਪਸ਼ਟ ਬਹੁਮਤ ਵਾਲੀ ਪਾਰਟੀ ਦਾ, ਉਸ ਨੂੰ ਹੀ ਅਸੀਂ ਪ੍ਰਧਾਨ ਮੰਤਰੀ ਚੁਣਦੇ ਹਨ। ਪ੍ਰਧਾਨ ਮੰਤਰੀ ਆਪਣੇ ਸਾਥੀ ਮੰਤਰੀਆਂ ਦੀ ਸੂਚੀ ਦੇਸ਼ ਦੇ ਮੁਖੀ ਨੂੰ ਸੌਂਪਦਾ ਹੈ, ਮਤਲਬ ਕਿ ਰਾਸ਼ਟਰਪਤੀ ਨੂੰ ਸੌਂਪਦਾ ਹੈ। ਦੇਸ਼ ਦਾ ਮੁਖੀਆ ਉਹਨਾਂ ਨੂੰ ਮੰਤਰੀ ਪਦ ਤੇ ਨਿਯੁਕਤ ਕਰਦਾ ਹੈ। ਇਸ ਤਰ੍ਹਾਂ ਮੰਤਰੀ ਮੰਡਲ ਦਾ ਨਿਰਮਾਣ ਕੀਤਾ ਜਾਂਦਾ ਹੈ। ਤੇ ਮੰਤਰੀ ਉਦੋਂ ਤੱਕ ਹੀ ਬੇਟਾ ਆਪਣੇ ਅਹੁਦੇ ਤੇ ਰਹਿੰਦੇ ਹਨ ਜਿੰਨਾ ਚਿਰ ਉਹਨਾਂ ਨੂੰ ਵਿਧਾਨ ਪਾਲਿਕਾ ਜਾਂ ਸੰਸਦ ਦੇ ਹੇਠਲੇ ਸਦਨ ਵਿੱਚ ਬਹੁਮਤ ਹਾਸਲ ਹੁੰਦਾ ਹੈ। ਜੇ ਬਹੁਮਤ ਨਹੀਂ ਹਾਸਲ ਹੁੰਦਾ ਤਾਂ ਉਹਨਾਂ ਨੂੰ ਅਸਤੀਫਾ ਦੇਣਾ ਪੈਂਦਾ ਹੈ। ਤੇ ਤੁਹਾਨੂੰ ਪਤਾ ਹੀ ਹੈ ਪਿਆਰੇ ਵਿਦਿਆਰਥੀਓ, ਹਰੇਕ ਦੇਸ਼ ਦੇ ਵਿੱਚ ਦੋ ਦਲੀय ਪ੍ਰਣਾਲੀ ਵੀ ਹੁੰਦੀ ਹੈ, ਇੱਕ ਦਲੀय ਪ੍ਰਣਾਲੀ ਵੀ ਹੁੰਦੀ ਹੈ, ਜਾਂ ਇਹ ਕਹੋ ਬਹੁਦਲੀय ਪ੍ਰਣਾਲੀ ਵੀ। ਤੇ ਆਪਣਾ ਦੇਸ਼ ਬਹੁਦਲੀय ਪ੍ਰਣਾਲੀ ਵਿੱਚ ਆਉਂਦਾ ਹੈ ਤੇ ਇੱਥੇ ਬਹੁਤ ਸਾਰੀਆਂ ਪਾਰਟੀਆਂ ਹੁੰਦੀਆਂ ਹਨ ਜੋ ਸਰਕਾਰ ਬਣਾਉਣ ਲਈ ਆਪਣੀਆਂ ਨੀਤੀਆਂ ਦੱਸਦੀਆਂ ਹਨ। ਜਿਵੇਂ ਕਿ ਤੁਹਾਨੂੰ ਇੱਕ ਉਦਾਹਰਣ ਦੇ ਤੌਰ ਤੇ ਭਾਰਤ ਵਿੱਚ 14ਵੀਂ ਤੇ 15ਵੀਂ ਲੋਕ ਸਭਾ ਦੀਆਂ ਚੋਣਾਂ ਵਿੱਚ ਕਿਸੇ ਇੱਕ ਦਲ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਸੀ। ਇਸ ਕਰਕੇ ਸਰਕਾਰ ਨੇ ਆਪਣੀ ਜਿਹੜੀ ਸਰਕਾਰ ਹੈ ਉਹ ਗਠਬੰਧਨ ਦੀ ਸਰਕਾਰ ਬਣੀ ਸੀਗੀ। ਮਤਲਬ ਕਿ ਜਿਹੜੀਆਂ ਪਾਰਟੀਆਂ ਕਾਂਗਰਸ ਦੇ ਨਾਲ ਸਨ ਉਹਨਾਂ ਨੂੰ ਮਿਲਾ ਕੇ ਸਰਦਾਰ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਉਹ ਸਰਕਾਰ ਬਣੀ ਸੀਗੀ। ਤੇ 2014 ਦੇ ਵਿੱਚ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀਗੀਆਂ ਉਸ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਪਸ਼ਟ ਬਹੁਮਤ ਪ੍ਰਾਪਤ ਹੋਇਆ ਸੀਗਾ ਤੇ ਉਹਨਾਂ ਨੇ 543 ਸੀਟਾਂ ਦੇ ਵਿੱਚੋਂ 282 ਸੀਟਾਂ ਭਾਜਪਾ ਮਤਲਬ ਕਿ ਭਾਰਤੀ ਜਨਤਾ ਪਾਰਟੀ ਨੂੰ ਮਿਲੀਆਂ ਤੇ ਨਰਿੰਦਰ ਮੋਦੀ ਦੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸੀ। ਇਸ ਲਈ ਪਿਆਰੇ ਵਿਦਿਆਰਥੀਓ ਇੱਕ ਗੱਲ ਇਹ ਵੀ ਹੈ ਤੁਹਾਡੇ ਅੱਗੇ ਕਿ ਭਾਰਤ ਵਿੱਚ ਬਹੁਦਲੀय ਪ੍ਰਣਾਲੀ ਵਿਕਸਿਤ ਹੈ। ਤੇ ਸਾਡੀ ਜਿਹੜੀ ਤੀਜੀ ਵਿਸ਼ੇਸ਼ਤਾ ਹੈ ਉਹ ਹੈ ਸਮੂਹਿਕ ਜ਼ਿੰਮੇਵਾਰੀ। ਸੰਸਦੀ ਪ੍ਰਣਾਲੀ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਕੈਬਨਿਟ ਜਾਂ ਮੰਤਰੀ ਮੰਡਲ
ਸਮੂਹਿਕ ਤੌਰ ਤੇ ਸੰਸਦ ਜਾਂ ਵਿਧਾਨ ਪਾਲਿਕਾ ਪ੍ਰਤੀ ਜ਼ਿੰਮੇਵਾਰ ਹੁੰਦਾ ਹੈ। ਇਸ ਦਾ ਭਾਵ ਇਹ ਹੈ ਕਿ ਜੇਕਰ ਮੰਤਰੀ ਮੰਡਲ ਕੋਈ ਵੀ ਇੱਕ ਵਾਰ ਫੈਸਲਾ ਲੈ ਲੈਂਦਾ ਹੈ ਤਾਂ ਹਰੇਕ ਮੰਤਰੀ ਨੂੰ ਉਸ ਫੈਸਲੇ ਨੂੰ ਸੰਸਦ ਦੇ ਅੰਦਰ ਜਾਂ ਸੰਸਦ ਦੇ ਬਾਹਰ ਪੂਰਤਾ ਕਰਨੀ ਪੈਂਦੀ ਹੈ। ਮਤਲਬ ਕਿ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕੋਈ ਮੰਤਰੀ ਉਸ ਫੈਸਲੇ ਨਾਲ ਸਹਿਮਤ ਨਾ ਵੀ ਹੋਵੇ, ਪਰ ਹਰ ਇੱਕ ਵਿਭਾਗ ਦਾ ਸ਼ਾਸਨ ਚਲਾਉਣ ਦੀਆਂ ਨੀਤੀਆਂ ਬਣਾਉਣ ਲਈ ਸਾਰੇ ਮੰਤਰੀ ਸਮੂਹਿਕ ਤੌਰ ਤੇ ਜ਼ਿੰਮੇਵਾਰ ਹੁੰਦੇ ਹਨ ਤੇ ਮਤਲਬ ਕਿ ਉਹ ਫੈਸਲਾ ਉਹਨਾਂ ਨੂੰ ਮੰਨਣਾ ਪੈਂਦਾ ਹੈ। ਜੇਕਰ ਸੰਸਦ ਜਾਂ ਵਿਧਾਨ ਪਾਲਿਕਾ ਦੁਆਰਾ ਕਿਸੇ ਇੱਕ ਮੰਤਰੀ ਵਿਰੁੱਧ ਨਿੰਦਾ ਮਤਾ ਪਾਸ ਕਰ ਦਿੱਤਾ ਜਾਵੇ ਤਾਂ ਇਹ ਮਤਾ ਸਾਰੇ ਮੰਤਰੀ ਮੰਡਲ ਵਿਰੁੱਧ ਪਾਸ ਹੋਇਆ ਮੰਨਿਆ ਜਾਵੇਗਾ। ਪ੍ਰਧਾਨ ਮੰਤਰੀ ਸਮੇਤ ਸਾਰੇ ਮੰਤਰੀ ਮੰਡਲ ਨੂੰ ਹੀ ਅਸਤੀਫਾ ਦੇਣਾ ਪਵੇਗਾ ਤੇ ਵਿਧਾਨ ਪਾਲਿਕਾ ਜਾਂ ਸੰਸਦ ਦੇ ਮੈਂਬਰ ਮੰਤਰੀਆਂ ਕੋਲੋਂ ਉਹਨਾਂ ਦੇ ਵਿਭਾਗੀ ਸੰਬੰਧੀ ਪ੍ਰਸ਼ਨ ਪੁੱਛ ਸਕਦੇ ਹਨ ਤੇ ਸਥਗਿਤ ਮਤਾ, ਧਿਆਨ ਦਿਵਾਓ ਮਤਾ, ਨਿੰਦਾ ਪ੍ਰਸਤਾਵ ਮਤਾ ਵੀ ਪਾਸ ਕਰ ਸਕਦੇ ਹਨ ਤੇ ਵਿਧਾਨ ਪਾਲਿਕਾ ਮੰਤਰੀਆਂ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਪੜਤਾਲੀਆ ਕਮੇਟੀ ਵੀ ਨਿਯੁਕਤ ਕਰ ਸਕਦੀ ਹੈ ਤੇ ਸੰਸਦ ਦਾ ਬਜਟ ਤੇ ਉਸ ਦਾ ਪੂਰਾ ਕੰਟਰੋਲ ਹੁੰਦਾ ਹੈ ਤੇ ਦੇਸ਼ ਦੇ ਘਰੇਲੂ ਤੇ ਵਿਦੇਸ਼ੀ ਨੀਤੀ ਉੱਤੇ ਵੀ ਸੰਸਦ ਆਪਣਾ ਕੰਟਰੋਲ ਰੱਖਦੀ ਹੈ ਤੇ ਮੰਤਰੀ ਵਿਅਕਤੀਗਤ ਤੌਰ ਤੇ ਆਪਣੇ ਵਿਭਾਗਾਂ ਲਈ ਜ਼ਿੰਮੇਵਾਰ ਹੁੰਦੇ ਹਨ। ਮੰਤਰੀਆਂ ਲਈ ਵਿਧਾਨ ਪਾਲਿਕਾ ਜਾਂ ਸੰਸਦ ਦਾ ਮੈਂਬਰ ਹੋਣਾ ਜ਼ਰੂਰੀ ਹੈ। ਮੰਤਰੀਆਂ ਲਈ ਸੰਸਦ ਦਾ ਮੈਂਬਰ ਹੋਣਾ ਜ਼ਰੂਰੀ ਹੈ। ਜੇਕਰ ਕੋਈ ਵਿਅਕਤੀ ਸੰਸਦ ਦਾ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਹੈ ਪਰ ਪ੍ਰਧਾਨ ਮੰਤਰੀ ਉਸਨੂੰ ਸਿਫਾਰਿਸ਼ ਦੇ ਦੇਸ਼ ਦੇ ਮੁਖੀਏ ਦੁਆਰਾ ਮੰਤਰੀ ਬਣਾ ਦਿੱਤਾ ਜਾਂਦਾ ਹੈ ਤਾਂ ਅਜਿਹੇ ਮੰਤਰੀ ਨੂੰ ਨਿਸ਼ਚਿਤ ਸਮੇਂ ਦੇ ਅੰਦਰ ਸੰਸਦ ਦੀ ਮੈਂਬਰੀ ਹਾਸਲ ਕਰਨੀ ਪਵੇਗੀ। ਮਤਲਬ ਕਿ ਇਹ ਸਮਾਂ 6 ਮਹੀਨੇ ਦਾ ਹੁੰਦਾ ਹੈ। ਭਾਰਤ ਵਿੱਚ ਗੈਰ ਸੰਸਦੀ ਮੈਂਬਰ ਨੂੰ ਮੰਤਰੀ ਪਦ ਤਾਂ ਦਿੱਤਾ ਜਾ ਸਕਦਾ ਹੈ ਲੇਕਿਨ ਉਹਨੂੰ ਮੈਂਬਰੀ ਜਿਹੜੀ ਹੈ ਸੰਸਦ ਦੀ ਮੈਂਬਰੀ ਪ੍ਰਾਪਤ ਕਰਨੀ ਪੈਂਦੀ ਹੈ। ਜੇ ਉਹ ਇਸ ਤਰ੍ਹਾਂ ਕਰਨ ਵਿੱਚ ਸਫਲ ਨਹੀਂ ਹੁੰਦਾ ਤਾਂ ਉਸ ਨੂੰ ਅਸਤੀਫਾ ਦੇਣਾ ਪੈਂਦਾ ਹੈ। ਸਾਡਾ ਜਿਹੜਾ ਅਗਲਾ ਪੁਆਇੰਟ ਹੈ ਵਿਸ਼ੇਸ਼ਤਾਵਾਂ ਹੈ, ਅਗਲੀ ਵਿਸ਼ੇਸ਼ਤਾ ਹੈ ਪ੍ਰਧਾਨ ਮੰਤਰੀ ਦੀ ਅਗਵਾਈ। ਸੰਸਦੀय ਸ਼ਾਸਨ ਪ੍ਰਣਾਲੀ ਵਿੱਚ ਪ੍ਰਧਾਨ ਮੰਤਰੀ ਕੈਬਨਿਟ ਦੀ ਅਗਵਾਈ ਕਰਦਾ ਹੈ। ਸੰਸਦ ਦੇ ਵਿੱਚ ਬੇਟੇ 2 ਸਦਨ ਹੁੰਦੇ ਹੈ, ਹੇਠਲਾ ਸਦਨ ਲੋਕ ਸਭਾ ਤੇ ਉੱਪਰਲਾ ਸਦਨ ਰਾਜ ਸਭਾ ਤੇ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਬਹੁਮਤ ਪਾਰਟੀ ਦਾ ਨੇਤਾ ਹੁੰਦਾ ਹੈ, ਇਸ ਲਈ ਉਹ ਲੋਕ ਸਭਾ ਦਾ ਨੇਤਾ ਵੀ ਹੁੰਦਾ ਹੈ। ਉਹ ਦੇਸ਼ ਦੇ ਮੁਖੀ ਦੇ ਸਲਾਹ ਦੇ ਉੱਤੇ ਹੀ ਬਾਕੀ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ਤੇ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ਤੇ ਪ੍ਰਧਾਨ ਮੰਤਰੀ ਕੈਬਨਿਟ ਦੀ ਸਲਾਹ ਨਾਲ ਕੰਮ ਕਰਦਾ ਹੈ ਪਰ ਵਿਵਾਦ ਵਾਲੇ ਮਸਲਿਆਂ ਵਿੱਚ ਉਸ ਦਾ ਨਿਰਣੈ ਅੰਤਿਮ ਹੁੰਦਾ ਹੈ। ਪ੍ਰਧਾਨ ਮੰਤਰੀ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਕਰਦਾ ਹੈ, ਮੰਤਰੀ ਦੇ ਕੰਮਾਂ ਦੀ ਨਿਗਰਾਨੀ ਕਰਦਾ ਹੈ, ਉਹਨਾਂ ਦੇ ਕੰਮਾਂ ਵਿੱਚ ਤਾਲਮੇਲ ਪੈਦਾ ਕਰਦਾ ਹੈ ਤੇ ਵਿਦਿਆਰਥੀਓ ਜੇਕਰ ਕੋਈ ਮੰਤਰੀ ਉਸ ਨਾਲ ਸਹਿਯੋਗ ਨਹੀਂ ਦਿੰਦਾ ਜਾਂ ਸਹਿਯੋਗ ਨਹੀਂ ਕਰਦਾ ਤਾਂ ਪ੍ਰਧਾਨ ਮੰਤਰੀਆਂ ਦੇ ਜਾਂ ਕਹਿ ਲਓ ਪ੍ਰਧਾਨ ਮੰਤਰੀਆਂ ਦੀ ਨੀਤੀ ਨਾਲ ਸਹਿਮਤ ਨਹੀਂ ਹੁੰਦਾ ਤਾਂ ਉਸ ਮੰਤਰੀ ਨੂੰ ਅਸਤੀਫਾ ਦੇਣਾ ਪੈਂਦਾ ਹੈ। ਜੇਕਰ ਉਹ ਅਸਤੀਫਾ ਨਹੀਂ ਦਿੰਦਾ ਤਾਂ ਪ੍ਰਧਾਨ ਮੰਤਰੀ ਦੇਸ਼ ਦੇ ਮੁਖੀ ਨੂੰ ਬੇਨਤੀ ਕਰਕੇ ਉਸ ਮੰਤਰੀ ਨੂੰ ਉਸ ਦੇ ਪਦ ਤੋਂ ਹਟਵਾ ਸਕਦਾ ਹੈ। ਪ੍ਰਧਾਨ ਮੰਤਰੀ ਸਰਕਾਰ ਦਾ ਮੁੱਖ ਬੁਲਾਰਾ ਹੁੰਦਾ ਹੈ। ਉਹ ਰਾਸ਼ਟਰਪਤੀ ਨੂੰ ਕੈਬਨਿਟ ਦੇ ਨਿਰਣੇ ਦੀ ਜਾਣਕਾਰੀ ਦਿੰਦਾ ਹੈ। ਕੋਈ ਵੀ ਫੈਸਲਾ ਲੈਂਦਾ ਹੈ ਤਾਂ ਜਾਂ ਕੋਈ ਵੀ ਮਤਾ ਪਾਸ ਹੁੰਦਾ ਹੈ ਪਰ ਉਸ ਦੀ ਮਨਜ਼ੂਰੀ ਰਾਸ਼ਟਰਪਤੀ ਦੇ ਸਾਈਨ ਤੋਂ ਬਿਨਾਂ ਅਧੂਰੀ ਹੁੰਦੀ ਹੈ। ਜਦੋਂ ਰਾਸ਼ਟਰਪਤੀ ਦੇ ਸਾਈਨ ਹੋ ਜਾਂਦੇ ਹੈ ਉਹ ਇੱਕ ਮਤਾ ਜਿਹੜਾ ਉਹ ਵਿਦਿਆਰਥੀਓ ਇੱਕ ਕਾਨੂੰਨ ਬਣ ਜਾਂਦਾ ਹੈ। ਕਈ ਅਹਿਮ ਮਾਮਲਿਆਂ ਵਿੱਚ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੀ ਸਲਾਹ ਲੈਂਦਾ ਹੈ। ਭਾਵੇਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੀ ਸਲਾਹ ਮੰਨਣ ਲਈ ਪਾਬੰਦ ਨਹੀਂ ਪਰ ਫਿਰ ਵੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੀ ਸਲਾਹ ਤੇ ਗੰਭੀਰਤਾ ਨਾਲ ਵਿਚਾਰ ਕਰਦਾ ਹੈ। ਤੇ ਜਿਹੜੀ 6ਵੀਂ ਵਿਸ਼ੇਸ਼ਤਾ ਹੈ ਪਿਆਰੇ ਵਿਦਿਆਰਥੀ ਉਹ ਹੈ ਰਾਜਨੀਤਿਕ ਇਕਰੂਪਤਾ।
ਇਹਦਾ ਭਾਵ ਕੀ ਹੈ ਵੀ ਸਾਰੇ ਮੰਤਰੀ ਇੱਕ ਟੀਮ ਦੀ ਤਰ੍ਹਾਂ ਕੰਮ ਕਰਦੇ ਹਨ। ਉਹ ਜਨਤਾ ਦੇ ਸਾਹਮਣੇ, ਕਿਉਂਕਿ ਉਹ ਜਨਤਾ ਦੇ ਨੁਮਾਇੰਦੇ ਹੈ, ਉਹ ਜਨਤਾ ਦੇ ਸਾਹਮਣੇ ਆਪਣੇ ਭਿੰਨ ਭੇਦਾਂ ਨੂੰ ਉਜਾਗਰ ਨਹੀਂ ਕਰਦੇ। ਆਮ ਤੌਰ ਤੇ ਤੁਹਾਨੂੰ ਪਤਾ ਹੀ ਹੈ ਉਹ ਇੱਕ ਪਾਰਟੀ ਨਾਲ ਸੰਬੰਧਿਤ ਹੁੰਦੇ ਹਨ। ਉਹਨਾਂ ਦੀ ਰਾਜਨੀਤਿਕ ਵਿਚਾਰਧਾਰਾ ਹੈ ਉਹ ਇੱਕੋ ਜਿਹੀ ਹੁੰਦੀ ਹੈ, ਜਿਸ ਕਾਰਨ ਸਰਕਾਰ ਦੀਆਂ ਨੀਤੀਆਂ ਤੇ ਪ੍ਰੋਗਰਾਮ ਲਾਗੂ ਕਰਨ ਵਿੱਚ ਸੌਖ ਰਹਿੰਦੀ ਹੈ। ਪਰ ਗਠਬੰਧਨ ਸਰਕਾਰ ਵਿੱਚ, ਕਿਉਂਕਿ ਉਸ ਵਿੱਚ ਇੱਕ ਤੋਂ ਵੱਧ ਪਾਰਟੀਆਂ ਹੁੰਦੀਆਂ ਹਨ, ਉਹ ਇੱਕ ਅਜਿਹੀ ਸਥਿਤੀ ਵਿੱਚ ਗਠਬੰਧਨ ਵਿੱਚ ਸਾਰੀਆਂ ਪਾਰਟੀਆਂ ਦੇ ਮੰਤਰੀ ਇੱਕ ਨੀਤੀ ਨਿਰਧਾਰਨ ਕਰ ਲੈਂਦੇ ਹਨ, ਜਿਸ ਦੇ ਸਾਰੇ ਮੰਤਰੀਆਂ ਨੂੰ ਪਾਲਣ ਕਰਨਾ ਪੈਂਦਾ ਹੈ। ਕਈ ਵਾਰ ਕੀ ਹੁੰਦਾ ਹੈ ਪਿਆਰੇ ਵਿਦਿਆਰਥੀਓ, ਗਠਬੰਧਨ ਸਰਕਾਰ ਵਿੱਚ ਸ਼ਾਮਲ ਪਾਰਟੀਆਂ ਦੇ ਮੰਤਰੀਆਂ ਵਿੱਚ ਭੇਦਭਾਵ ਹੋ ਜਾਂਦੇ ਹਨ। ਕੁਝ ਮੰਤਰੀ ਸਰਕਾਰ ਛੱਡ ਜਾਂਦੇ ਹਨ। ਅਜਿਹੀ ਹਾਲਤ ਦੇ ਵਿੱਚ ਜਿਹੜਾ ਮੰਤਰੀ ਮੰਡਲ ਹੈ ਉਹ ਭੰਗ ਹੋ ਜਾਂਦਾ ਹੈ ਤੇ ਨਵੇਂ ਮੰਤਰੀ ਮੰਡਲ ਦਾ ਨਿਰਮਾਣ ਕੀਤਾ ਜਾਂਦਾ ਹੈ। ਉਮੀਦ ਹੈ ਇਹ ਤੁਹਾਨੂੰ 6 ਪੁਆਇੰਟ ਸਮਝ ਆ ਚੁੱਕੇ ਹੋਣਗੇ। ਤੇ ਜਿਹੜੀ ਸਾਡਾ 7ਵਾਂ ਪੁਆਇੰਟ ਹੈ ਉਹ ਹੈ ਗੁਪਤਤਾ, ਮਤਲਬ ਕਿ ਸੀਕ੍ਰੇਸੀ, ਜਿਹਨੂੰ ਆਪਾਂ ਕਹਿੰਦੇ ਹਾਂ। ਮੰਤਰੀਆਂ ਦੀ ਨਿਯੁਕਤੀ ਸਮੇਂ ਮੰਤਰੀਆਂ ਨੂੰ ਸੰਵਿਧਾਨ ਪ੍ਰਤੀ ਆਸਥਾ ਤੇ ਗੁਪਤਤਾ ਦੀ ਸਹੁੰ ਚੁੱਕਣੀ ਪੈਂਦੀ ਹੈ। ਨੀਤੀਆਂ ਦਾ ਭੇਦ ਖੁੱਲ੍ਹਣ ਤੇ ਮੰਤਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਨੂੰ ਜਦੋਂ ਤੱਕ ਉਹਨਾਂ ਨੂੰ ਅੰਤਿਮ ਰੂਪ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਉਹਨਾਂ ਨੂੰ ਗੁਪਤ ਰੱਖਿਆ ਜਾਂਦਾ ਹੈ। ਸਾਡਾ ਜਿਹੜਾ ਪਿਆਰੇ ਵਿਦਿਆਰਥੀਓ ਅਗਲਾ ਪੁਆਇੰਟ ਹੈ ਜਾਂ ਅਗਲੀ ਵਿਸ਼ੇਸ਼ਤਾ ਹੈ ਉਹ ਹੈ ਰਾਜਨੀਤਿਕ ਦਲਾਂ ਵਿੱਚ ਆਪਸੀ ਸਹਿਨਸ਼ੀਲਤਾ। ਦੇਖੋ ਵਿਦਿਆਰਥੀਓ, ਰਾਜਨੀਤਿਕ ਦਿਲਾਂ ਤੋਂ ਬਿਨਾਂ ਸੰਸਦੀ ਸਰਕਾਰ ਚਲਾਉਣਾ ਬਿਲਕੁਲ ਇੰਪੋਸੀਬਲ ਹੈ, ਅਸੰਭਵ ਹੈ। ਚੋਣਾਂ ਵਿੱਚ ਬਹੁਮਤ ਪ੍ਰਾਪਤ ਕਰਨ ਵਾਲੀ ਪਾਰਟੀ ਇੱਕ ਸਰਕਾਰ ਦਾ ਨਿਰਮਾਣ ਕਰਦੀ ਹੈ, ਲੇਕਿਨ ਜਿਹੜੀਆਂ ਦੂਜੀਆਂ ਪਾਰਟੀਆਂ ਹੁੰਦੀਆਂ ਹਨ ਉਹ ਵਿਰੋਧੀ ਦਲ ਦੀ ਭੂਮਿਕਾ ਨਿਭਾਉਂਦੀਆਂ ਹਨ। ਵਿਰੋਧੀ ਦਲ ਵੀ ਅਹਿਮ ਭੂਮਿਕਾ ਜਾਂ ਅਹਿਮ ਰੋਲ ਪਲੇ ਕਰਦਾ ਹੈ। ਵਿਰੋਧੀ ਪਾਰਟੀ ਦਾ ਕਰਤੱਵ ਹੈ ਕਿ ਉਹ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਆਲੋਚਨਾ ਕਰੇ ਤੇ ਸਰਕਾਰ ਦੀ ਨਿਰਕੁੰਠਤਾ ਤੇ ਰੋਕ ਲਾਵੇ, ਜਾਂ ਐਂ ਕਹਿ ਲਓ ਸ਼ਾਸਕ ਦਲ ਦਾ ਕਰਤੱਵ ਹੈ ਕਿ ਉਹ ਵਿਰੋਧੀ ਦਲ ਦੀ ਆਲੋਚਨਾ ਨੂੰ ਸਹਿਣ ਕਰੇ ਤੇ ਆਪਣੀਆਂ ਕਮੀਆਂ ਨੂੰ ਦੂਰ ਕਰਨ ਦਾ ਯਤਨ ਕਰੇ। ਤੇ ਇਸ ਲਈ ਵਿਰੋਧੀ ਦਲ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਵਿਰੋਧੀ ਪਾਰਟੀਆਂ ਦਾ ਕਰਤੱਵ ਬਣਦਾ ਹੈ ਕਿ ਉਹਨਾਂ ਦੀ ਆਲੋਚਨਾ ਦੇ ਮੰਤਵ ਨਾਲ ਨਾ ਹੋਵੇ, ਸਗੋਂ ਉਹ ਉਸਾਰੂ ਪੱਖ ਤੋਂ ਹੋਵੇ। ਵਿਰੋਧੀ ਦਲ ਨੂੰ ਜ਼ਹਿਰੀਲੇ ਭਾਸ਼ਣ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ। ਭਾਵ ਹੈ ਕਿ ਇਹੋ ਜਿਹੀ ਸ਼ਬਦਾਵਲੀ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਜਿਸ ਦੇ ਨਾਲ ਉਹਨਾਂ ਦੀ ਇੱਕ ਜਿਹੜੀ ਪਹਿਚਾਣ ਬਣੀ ਹੁੰਦੀ ਹੈ ਉਹਦੇ ਤੇ ਕੋਈ ਠੇਸ ਲੱਗੇ। ਇਹ ਸੰਭਵ ਹੈ ਕਿ ਮੌਜੂਦਾ ਸ਼ਾਸਕ ਦਲ ਦੀਆਂ ਅਗਲੀਆਂ ਚੋਣਾਂ ਵਿੱਚ ਵਿਰੋਧੀ ਦਲ ਬਣ ਜਾਵੇ ਤਾਂ ਮੌਜੂਦਾ ਵਿਰੋਧੀ ਦਲ ਸ਼ਾਸਕ ਦਲ ਬਣ ਸਕਦਾ ਹੈ। ਇਸ ਕਰਕੇ ਦੋਵਾਂ ਦਲਾਂ ਦੇ ਵਿੱਚ, ਸ਼ਾਸਕ ਦਲ ਤੇ ਵਿਰੋਧੀ ਦਲ ਦੇ ਵਿੱਚ ਸਹਿਯੋਗ ਦੀ ਭਾਵਨਾ ਹੋਣੀ ਚਾਹੀਦੀ ਹੈ ਤੇ ਸ਼ਾਸਕ ਦਲ ਵੱਲੋਂ ਵਿਰੋਧੀ ਦਲ ਨੂੰ ਸਖਤੀ ਨਾਲ ਦਬਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਤੇ ਵਿਰੋਧੀ ਦਲ ਨੂੰ ਸ਼ਾਸਕ ਦਲ ਪ੍ਰਤੀ ਝੂਠਾ ਪ੍ਰਚਾਰ ਨਹੀਂ ਕਰਨਾ ਚਾਹੀਦਾ। ਇਹ ਸਾਰੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਹੈ ਸੰਸਦੀय ਸ਼ਾਸਨ ਪ੍ਰਣਾਲੀ ਦੀਆਂ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਭਾਰਤੀ ਰਾਜਾਂ ਵਿੱਚ ਵੀ ਸੰਸਦੀ ਪ੍ਰਣਾਲੀ ਅਪਣਾਈ ਗਈ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਸਮਝਣ ਦੇ ਨਾਲ ਸਾਡੀਆਂ ਜਿਹੜੇ ਬਹੁਤ ਸਾਰੇ ਕਨਸੈਪਟ ਹੈ ਉਹ ਕਲੀਅਰ ਹੁੰਦੇ ਹਨ। ਤੇ ਰਾਜਾਂ ਵਿੱਚ ਸੰਸਦੀ ਸਰਕਾਰ ਵੀ ਕੇਂਦਰੀ ਸਰਕਾਰ ਵਿੱਚ ਸੰਸਦ ਸਰਕਾਰ ਦੀ ਤਰ੍ਹਾਂ ਹੀ ਕੰਮ ਕਰਦੀ ਹੈ। ਰਾਜਾਂ ਵਿੱਚ ਸੰਸਦ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਕੇਂਦਰ ਸਰਕਾਰ ਵਿੱਚ ਸੰਸਦੀ ਸਰਕਾਰ ਦੀ ਤਰ੍ਹਾਂ ਹੀ ਹੁੰਦੀਆਂ ਹਨ। ਹੁਣ ਤੱਕ ਪਿਆਰੇ ਵਿਦਿਆਰਥੀਓ ਅਸੀਂ ਵਿਸ਼ੇਸ਼ਤਾਵਾਂ ਪੜ੍ਹੀਆਂ ਹਨ। ਉਮੀਦ ਹੈ ਤੁਸੀਂ ਇਹਨਾਂ ਨੂੰ ਸਮਝ ਲਿਆ ਹੋਵੇਗਾ ਤੇ ਸਾਡਾ ਜਿਹੜਾ ਉਹ ਅਗਲਾ ਪੁਆਇੰਟ ਹੈ ਉਹ ਹੈ ਭਾਰਤੀ ਸੰਸਦ। ਤੇ ਸੰਵਿਧਾਨ ਦੇ ਅਨੁਛੇਦ 79 ਅਧੀਨ ਸੰਸਦ ਦੀ ਵਿਵਸਥਾ ਕੀਤੀ ਹੈ। ਸੰਸਦ ਵਿੱਚ 3 ਚੀਜ਼ਾਂ ਸ਼ਾਮਿਲ ਹੁੰਦੀਆਂ ਹਨ: ਲੋਕ ਸਭਾ, ਰਾਜ ਸਭਾ ਤੇ ਰਾਸ਼ਟਰਪਤੀ।
ਲੋਕ ਸਭਾ ਨੂੰ ਲੋਕਾਂ ਦਾ ਸਦਨ ਤੇ ਰਾਜ ਸਭਾ ਨੂੰ ਰਾਜਾਂ ਦਾ ਸਦਨ ਕਿਹਾ ਜਾਂਦਾ ਹੈ, ਜਾਂ ਐਂ ਕਹਿ ਲਓ ਲੋਕ ਸਭਾ ਨੂੰ ਹੇਠਲਾ ਸਦਨ ਤੇ ਰਾਜ ਸਭਾ ਨੂੰ ਉੱਪਰਲਾ ਸਦਨ ਵੀ ਕਿਹਾ ਜਾਂਦਾ ਹੈ। ਹੁਣ ਆਪਾਂ ਪਿਆਰੇ ਵਿਦਿਆਰਥੀਓ ਗੱਲ ਕਰਦੇ ਹਾਂ ਲੋਕ ਸਭਾ ਭਾਰਤ ਦੇ ਲੋਕਾਂ ਦੀ ਪ੍ਰਤੀਨਿਧਤਾ ਕਰਦੀ ਹੈ, ਜਦਕਿ ਰਾਜ ਸਭਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਪ੍ਰਤੀਨਿਧਤਾ ਕਰਦੀ ਹੈ। ਹੁਣ ਆਪਾਂ ਇਹਨਾਂ ਦੋਨਾਂ ਸਦਨਾਂ ਦੀ ਬਣਤਰ ਬਾਰੇ ਪੜਾਂਗੇ ਤੇ ਉਸ ਦੇ ਕਿੰਨੇ ਮੈਂਬਰ ਹੁੰਦੇ ਹਨ। ਸਭ ਤੋਂ ਪਹਿਲਾਂ ਆਪਾਂ ਲੈ ਲੈਂਦੇ ਰਾਜ ਸਭਾ। ਰਾਜ ਸਭਾ ਦੇ ਕੁੱਲ 250 ਮੈਂਬਰ ਹੋ ਸਕਦੇ ਹਨ। ਤੁਹਾਨੂੰ ਪਤਾ ਹੀ ਹੈ 238 ਮੈਂਬਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪ੍ਰਤੀਨਿਧਤਾ ਕਰਦੇ ਹਨ ਤੇ 12 ਜਿਹੜੇ ਮੈਂਬਰ ਹੈ ਉਹ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਹਨ। ਜਿਨ੍ਹਾਂ ਵਿਅਕਤੀਆਂ ਨੂੰ ਉਹ ਵਿਅਕਤੀ ਜਿਨ੍ਹਾਂ ਨੂੰ ਸਾਹਿਤ ਕਲਾ ਵਿਗਿਆਨ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਵਿਸ਼ੇਸ਼ ਗਿਆਨ ਤੇ ਵਿਵਹਾਰਿਕ ਤਜਰਬਾ ਹੋਵੇ। ਤੇ ਜਿਹੜੇ ਵਿਦਿਆਰਥੀਓ 238 ਮੈਂਬਰ ਹੁੰਦੇ ਹਨ, ਠੀਕ ਹੈ, ਉਹ ਚੋਣ ਰਾਜਾਂ ਦੀਆਂ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ ਦੁਆਰਾ ਅਨੁਪਾਤਿਕ ਪ੍ਰਤੀਨਿਧਤਾ ਦੇ ਆਧਾਰ ਤੇ ਇਕਹਿਰੀ ਬਦਲਵੀਂ ਵੋਟ ਦੁਆਰਾ ਉਹਨਾਂ ਦੀ ਚੋਣ ਕੀਤੀ ਜਾਂਦੀ ਹੈ। ਜਿਹੜੇ ਰਾਜ ਸਭਾ ਦੇ ਮੈਂਬਰ ਹੁੰਦੇ ਹੈ ਉਹ ਵਿਦਿਆਰਥੀਓ 6 ਸਾਲ ਲਈ ਚੁਣੇ ਜਾਂਦੇ ਹਨ। ਰਾਜ ਸਭਾ ਕਦੇ ਵੀ ਭੰਗ ਨਹੀਂ ਹੁੰਦੀ, ਉਹ ਇੱਕ ਸਥਾਈ ਸਦਨ ਹੈ ਤੇ ਇਸ ਦੇ 1/3 ਮੈਂਬਰ ਹਰ ਦੂਜੇ ਸਾਲ ਰਿਟਾਇਰ ਹੋ ਜਾਂਦੇ ਹਨ ਤੇ ਜਿਹੜੇ ਖਾਲੀ ਸਥਾਨਾਂ ਤੇ ਨਵੇਂ ਮੈਂਬਰਾਂ ਦੀ ਚੋਣ ਕਰ ਲਈ ਜਾਂਦੀ ਹੈ। ਐਵੇਂ ਹੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਚੁਣੇ ਜਾਣ ਵਾਲੇ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਸੰਸਦ ਦੁਆਰਾ ਨਿਰਧਾਰਿਤ ਵਿਧੀ ਰਾਹੀਂ ਕੀਤੀ ਜਾਂਦੀ ਹੈ। ਰਾਜ ਸਭਾ ਵਿੱਚ ਰਾਜਾਂ ਲਈ ਸਮਾਨ ਪ੍ਰਤੀਨਿਧਤਾ ਨਹੀਂ ਦਿੱਤੀ ਗਈ। ਹਰੇਕ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਪ੍ਰਤੀਨਿਧਤਾ ਦੀ ਗਿਣਤੀ ਸੰਵਿਧਾਨ ਦੀ 4ਥੀ ਅਨੁਸੂਚੀ ਵਿੱਚ ਦਿੱਤੀ ਗਈ ਹੈ। ਜਿਵੇਂ ਪੰਜਾਬ ਦੇ 7, ਹਰਿਆਣਾ ਵਿੱਚੋਂ 5 ਰਾਜ ਸਭਾ ਦੇ ਮੈਂਬਰ ਚੁਣੇ ਜਾਂਦੇ ਹੈ, ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ ਵਿੱਚੋਂ 3, ਪਾਂਡੀਚੇਰੀ ਵਿੱਚੋਂ 1 ਮੈਂਬਰ ਚੁਣਿਆ ਜਾਂਦਾ ਹੈ ਤੇ ਜਿਹੜਾ ਉਪ ਰਾਸ਼ਟਰਪਤੀ ਹੁੰਦਾ ਹੈ ਉਹ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈ। ਤੇ ਉਮੀਦ ਹੈ ਤੁਸੀਂ ਰਾਜ ਸਭਾ ਦੀ ਬਣਤਰ ਤੇ ਇਸ ਦੇ ਮੈਂਬਰਾਂ ਬਾਰੇ ਚੰਗੀ ਤਰ੍ਹਾਂ ਤੁਹਾਨੂੰ ਸਮਝ ਆ ਚੁੱਕਿਆ ਹੋਊਗਾ। ਤੇ ਹੁਣ ਆਪਾਂ ਕਰਾਂਗੇ ਲੋਕ ਸਭਾ। ਲੋਕ ਸਭਾ ਨੂੰ ਹੇਠਲਾ ਸਦਨ ਵੀ ਕਿਹਾ ਜਾ ਸਕਦਾ ਹੈ। ਵੈਸੇ ਇਸ ਦੀ ਕੁੱਲ ਮੈਂਬਰਾਂ ਦੀ ਗਿਣਤੀ ਵੱਧ ਤੋਂ ਵੱਧ ਇਸ ਦੇ 552 ਮੈਂਬਰ ਹੋ ਸਕਦੇ ਹਨ। 530 ਮੈਂਬਰ ਰਾਜਾਂ ਦੇ ਤੇ 20 ਮੈਂਬਰ ਕੇਂਦਰ ਸ਼ਾਸਿਤ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਹਨ। ਜਿਹੜੇ 2 ਮੈਂਬਰ ਉਹ ਐਂਗਲੋ ਇੰਡੀਅਨ ਜਾਤੀ ਦੇ ਰਾਸ਼ਟਰਪਤੀ ਦੁਆਰਾ ਲੋਕ ਸਭਾ ਵਿੱਚ ਨਾਮਜ਼ਦ ਕੀਤੇ ਜਾ ਸਕਦੇ ਹਨ। ਜੇਕਰ ਰਾਸ਼ਟਰਪਤੀ ਨੂੰ ਵਿਸ਼ਵਾਸ ਹੋ ਜਾਵੇ ਕਿ ਇਸ ਜਾਤੀ ਦੇ ਲੋਕਾਂ ਨੂੰ ਚੋਣਾਂ ਵਿੱਚ ਪ੍ਰਤੀਨਿਧਤਾ ਨਹੀਂ ਮਿਲੀ ਤਾਂ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਲੋਕ ਸਭਾ ਲਈ ਚੁਣੇ ਜਾਣ ਵਾਲੇ ਮੈਂਬਰਾਂ ਦੀ ਗਿਣਤੀ ਰਾਜਾਂ ਦੀ ਆਬਾਦੀ ਤੇ ਆਧਾਰਿਤ ਕੀਤੀ ਗਈ ਹੈ। ਜਿਵੇਂ ਕਿ ਅਨੁਛੇਦ 82 ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਹਰ ਜਨਗਣਨਾ ਤੋਂ ਬਾਅਦ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਨਿਸ਼ਚਿਤ ਕੀਤੀ ਜਾਵੇਗੀ ਤੇ 2001 ਵਿੱਚ ਹੋਈ ਜਨਗਣਨਾ ਤੋਂ ਬਾਅਦ ਇਹਨਾਂ ਵਿੱਚ ਪਰਿਵਰਤਨ ਕੀਤਾ ਜਾਣਾ ਸੀ, ਪਰ ਸੰਸਦ ਨੇ 2001 ਵਿੱਚ ਇੱਕ ਸੰਵਿਧਾਨਿਕ ਸੋਧ ਪਾਸ ਕਰਕੇ ਇਹ ਵਿਵਸਥਾ ਕਰ ਦਿੱਤੀ ਹੈ ਕਿ 2026 ਤੱਕ ਲੋਕ ਸਭਾ ਤੇ ਰਾਜ ਦੀਆਂ ਵਿਧਾਨ ਸਭਾ ਦੇ ਕੁੱਲ ਸਥਾਨਾਂ ਦੀ ਗਿਣਤੀ ਵਿੱਚ ਕੋਈ ਤਬਦੀਲ ਨਹੀਂ ਕੀਤੀ ਜਾਵੇਗੀ। ਹੁਣ ਵਿਦਿਆਰਥੀਓ 16ਵੀਂ ਲੋਕ ਸਭਾ ਵਿੱਚ 543 ਮੈਂਬਰ ਚੁਣੇ ਗਏ ਹਨ ਤੇ 2 ਮੈਂਬਰ ਹੈ ਜਿਹੜੇ ਉਹ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਗਏ ਹਨ। ਤੇ ਪਿਆਰੇ ਵਿਦਿਆਰਥੀਓ ਜਿਵੇਂ ਕਿ ਰਾਜ ਸਭਾ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ ਤੇ ਲੋਕ ਸਭਾ ਦਾ ਕਾਰਜਕਾਲ 5 ਸਾਲ ਲਈ ਹੁੰਦਾ ਹੈ। ਇਹ ਨਵੀਂ ਚੁਣੀ ਗਈ ਲੋਕ ਸਭਾ ਦੀ ਪਹਿਲੀ ਮੀਟਿੰਗ ਦੀ ਮਿਤੀ ਤੋਂ ਲਿਆ ਜਾਂਦਾ ਹੈ। ਵਰਤਮਾਨ ਲੋਕ ਸਭਾ ਦੇ ਤੁਹਾਨੂੰ ਪਤਾ ਹੀ ਹੈ ਪਿਆਰੇ ਵਿਦਿਆਰਥੀਓ 545 ਮੈਂਬਰ ਹਨ। ਇਹਨਾਂ ਵਿੱਚੋਂ 530 ਮੈਂਬਰ ਰਾਜਾਂ ਵਿੱਚੋਂ ਚੁਣੇ ਗਏ ਹਨ ਜੋ ਹਰੇਕ ਰਾਜਾਂ ਦੀ ਜਨਸੰਖਿਆ ਦੇ ਆਧਾਰ ਤੇ ਚੁਣੇ ਗਏ ਹਨ। 13 ਜਿਹੜੇ ਮੈਂਬਰ ਹੈ ਉਹ ਸੰਘੀ ਖੇਤਰਾਂ ਵਿੱਚੋਂ ਚੁਣੇ ਜਾਂਦੇ ਹਨ ਤੇ ਜਿਹੜੇ 2 ਮੈਂਬਰ ਹੈ ਉਹ ਐਂਗਲੋ ਇੰਡੀਅਨ ਮੈਂਬਰ ਵਰਗ ਵਿੱਚ ਨਾਮਜ਼ਦ ਕੀਤੇ ਗਏ ਹਨ। ਇਹਨਾਂ ਵਿੱਚੋਂ
ਜਿਹੜੇ ਜਿਵੇਂ ਅੰਡੇਮਾਨ ਨਿਕੋਬਾਰ ਦੀਵੀ ਸਮੂਹ ਹੈ ਉਹਨਾਂ ਵਿੱਚੋਂ ਇੱਕ, ਤੇ ਦਾਦਰ ਨਗਰ ਹਵੇਲੀ ਉਹਨਾਂ ਵਿੱਚੋਂ ਇੱਕ, ਤੇ ਦਿੱਲੀ ਵਿੱਚੋਂ 7, ਪੌਂਡੀਚੇਰੀ ਵਿੱਚੋਂ ਇੱਕ, ਇਹ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਮੈਂਬਰ ਲਏ ਗਏ ਹਨ। ਚੰਡੀਗੜ੍ਹ ਵਿੱਚ ਇੱਕ, ਦਮਨ ਐਂਡ ਦਿਊ ਵਿੱਚੋਂ ਇੱਕ, ਲਕਸ਼ਦੀਪ ਵਿੱਚੋਂ ਇੱਕ, ਤੇ ਜਿਹੜੇ ਐਂਗਲੋ ਇੰਡੀਅਨ ਹੈ ਉਹ 2 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਲੋਕ ਸਭਾ ਦਾ ਮੈਂਬਰ ਬਣਨ ਲਈ ਪਿਆਰੇ ਵਿਦਿਆਰਥੀਓ ਘੱਟੋ ਘੱਟ 25 ਸਾਲ ਤੇ ਰਾਜ ਸਭਾ ਦਾ ਮੈਂਬਰ ਬਣਨ ਲਈ 30 ਸਾਲ ਦੀ ਉਮਰ ਹੋਣੀ ਚਾਹੀਦੀ ਹੈ। ਹੁਣ ਪਿਆਰੇ ਵਿਦਿਆਰਥੀਓ ਤੁਸੀਂ ਇਹਨਾਂ ਚੀਜ਼ਾਂ ਬਾਰੇ ਉਮੀਦ ਹੈ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਸਭ ਤੋਂ ਪਹਿਲਾਂ ਆਪਾਂ ਕੀ ਕੀਤਾ ਸੀਗਾ, ਅਗਰ ਆਪਾਂ ਦੁਬਾਰਾ ਵਿਚਾਰ ਵਟਾਂਦਰਾ ਕਰੀਏ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਅਸੀਂ ਸਰਕਾਰ ਦੇ 3 ਅੰਗਾਂ ਬਾਰੇ ਪੜ੍ਹਿਆ ਹੈ, ਜਿਸ ਵਿੱਚ ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਬਾਰੇ ਸਾਨੂੰ ਚੰਗੀ ਤਰ੍ਹਾਂ ਸਮਝ ਹੋ ਜਾਣੀ ਚਾਹੀਦੀ ਹੈ। ਦੂਜੀ ਪੁਆਇੰਟ ਦੇ ਵਿੱਚ ਆਪਾਂ ਲਿਆ ਕਿ ਸੰਸਦੀय ਸਰਕਾਰ ਜਾਂ ਸ਼ਾਸਨ ਪ੍ਰਣਾਲੀ ਕੀ ਹੁੰਦੀ ਹੈ, ਉਹ ਕਿਵੇਂ ਕੰਮ ਕਰਦੀ ਹੈ, ਤੇ ਫਿਰ ਆਪਾਂ ਪੜ੍ਹਿਆ ਸੰਸਦ ਪ੍ਰਣਾਲੀ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਸ ਵਿੱਚ ਆਪਾਂ ਤੇ 8 ਵਿਸ਼ੇਸ਼ਤਾਵਾਂ ਨੂੰ ਪੜ੍ਹਿਆ ਹੈ, ਤੇ ਉਸ ਤੋਂ ਬਾਅਦ ਆਪਾਂ ਭਾਰਤੀ ਸੰਸਦ ਪ੍ਰਣਾਲੀ ਬਾਰੇ ਪੜ੍ਹਿਆ ਸੀਗਾ, ਜਿਸ ਵਿੱਚ ਲੋਕ ਸਭਾ, ਰਾਜ ਸਭਾ, ਇਸ ਦੇ ਮੈਂਬਰ ਕਿਵੇਂ ਚੁਣੇ ਜਾਂਦੇ ਹਨ ਤੇ ਉਹ ਕਿੰਨੇ ਸਮਾਂ ਦੇ ਕਾਰਜਕਾਲ ਦੇ ਉੱਤੇ ਕੰਮ ਕਰਦੇ ਹਨ। ਇਹਨਾਂ ਸਾਰੀਆਂ ਚੀਜ਼ਾਂ ਬਾਰੇ ਪੜ੍ਹਿਆ ਹੈ। ਤੇ ਉਹ ਤੋਂ ਬਾਅਦ ਆਪਾਂ ਉਹਨਾਂ ਦੀ ਬਣਤਰ, ਕਿ ਲੋਕ ਸਭਾ ਦੀ ਬਣਤਰ ਕਿਵੇਂ ਹੁੰਦੀ ਹੈ ਤੇ ਰਾਜ ਸਭਾ ਦੀ ਬਣਤਰ ਕਿਵੇਂ ਹੁੰਦੀ ਹੈ, ਇਹ ਸਾਰੀਆਂ ਚੀਜ਼ਾਂ ਬਾਰੇ ਤੁਸੀਂ ਉਹਨਾਂ ਦੇ ਕਾਰਜਕਾਲ ਬਾਰੇ ਵੀ ਸੁਣਿਆ ਵੀ ਕਿੰਨੇ ਸਾਲ ਦਾ ਕਾਰਜਕਾਲ ਉਹਨਾਂ ਦਾ ਹੁੰਦਾ ਹੈ। ਤੇ ਹੁਣ ਤੁਸੀਂ ਆਪਣੀ ਪਾਠ ਪੁਸਤਕ ਦੇ ਵਿੱਚੋਂ ਇਹਨੇ ਸਾਰੇ ਪ੍ਰਸ਼ਨਾਂ ਨੂੰ ਚੰਗੀ ਤਰ੍ਹਾਂ, ਜਿੰਨੇ ਵੀ ਪੁਆਇੰਟਸ ਆਪਾਂ ਡਿਸਕਸ ਕੀਤੇ ਹੈ, ਤੁਸੀਂ ਉਹਨਾਂ ਚੀਜ਼ਾਂ ਨੂੰ ਆਪਣੀ ਪਾਠ ਪੁਸਤਕ ਦੇ ਵਿੱਚੋਂ ਵੀ ਪੜ੍ਹ ਸਕਦੇ ਹੋ ਤੇ ਇਹਨਾਂ ਚੀਜ਼ਾਂ ਬਾਰੇ ਜਿਹੜਾ ਸਹੀ ਗਿਆਨ ਉਹ ਹਾਸਿਲ ਕਰ ਸਕਦੇ ਹੋ। ਤੇ ਪਿਆਰੇ ਵਿਦਿਆਰਥੀਓ ਇਹਦੇ ਲਈ ਚੰਗੀ ਤਰ੍ਹਾਂ ਸਮਝਣ ਲਈ ਤੁਹਾਨੂੰ ਬੁੱਕ ਨੂੰ ਵੀ ਪੜ੍ਹਨਾ ਬਹੁਤ ਜ਼ਰੂਰੀ ਹੈ, ਜਿਸ ਦੇ ਨਾਲ ਇਹ ਸਾਨੂੰ ਸਾਰੇ ਪ੍ਰਸ਼ਨ ਕਲੀਅਰ ਹੋ ਜਾਂਦੇ ਹਨ। ਉਮੀਦ ਹੈ ਵਿਦਿਆਰਥੀਓ ਜਿੰਨਾ ਕੁਝ ਵੀ ਆਪਾਂ ਇਸ ਪਾਠ ਵਿੱਚ ਜਾਂ ਇਸ ਭਾਗ ਵਿੱਚ ਸੰਸਦੀ ਸਰਕਾਰ ਬਾਰੇ ਪੜ੍ਹਿਆ ਹੈ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਧੰਨਵਾਦ।